Morning students, we are on the fifth chapter Challenges to and Restoration of the Congress System. The year 1967 is considered a landmark year in India's politics and electoral history. In chapter 2, you read about how the Congress party was the dominant political force throughout the country from 1952 onwards. This trend was to undergo significant changes with the 1967 elections. ਈਅਰ 1967 ਹੈ ਜਿਹੜਾ ਉਹ ਪੋਲੀਟੀਕਲ ਹਿਸਟਰੀ ਦੇ ਵਿੱਚ ਇਲੈਕਟਰਲ ਹਿਸਟਰੀ ਦੇ ਵਿੱਚ ਇੱਕ ਲੈਂਡਮਾਰਕ ਦੇ ਤੌਰ 'ਤੇ ਸਿੱਧ ਹੋਇਆ ਸੀਗਾ। ਜਿਸ ਤਰੀਕੇ ਦੇ ਨਾਲ ਅਸੀਂ ਪੜ੍ਹਿਆ ਕਿ 1952 ਤੋਂ ਲੈ ਕੇ ਕਾਂਗਰਸ ਪਾਰਟੀ ਹੈ ਜਿਹੜੀ ਇੱਕ ਡੋਮੀਨੈਂਟ ਪੋਲੀਟੀਕਲ ਪਾਰਟੀ ਰਹੀ ਸੀ, ਬਟ ਇਸ ਦੇ ਡੋਮੀਨੈਂਸ ਦੇ ਵਿੱਚ ਇੱਕ ਸਿਗਨੀਫਿਕੈਂਟ ਚੇਂਜ ਆਇਆ ਸੀ 1967 ਦੇ ਵਿੱਚ 1967 ਦੇ ਇਲੈਕਸ਼ਨਸ ਦੇ ਵਿੱਚ। Context of the elections in the year leading up to the fourth general elections, first three general elections ਦੇ ਵਿੱਚ ਕਾਂਗਰਸ ਹੈ ਜਿਹੜੀ ਉਹ ਡੋਮੀਨੈਂਸ ਉਸਨੇ ਕੀਤੀ ਸੀਗੀ, ਉਹ ਹੀ ਸਿੰਗਲ ਪਾਰਟੀ ਸੀ ਜਿਹੜੀ ਵਿਨਰ ਡਿਕਲੇਅਰ ਹੁੰਦੀ ਰਹੀ ਸੀਗੀ। The Congress witnessed major changes, but fourth general elections ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਮੇਜਰ ਚੇਂਜਸ ਆਏ। Two prime minister had died in the quick succession, and the new prime minister, who was being seen as a political novice, had been in the office for less than a year. ਦੋ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਅਤੇ ਸ਼ਾਸਤਰੀ ਦੀ ਡੈਥ ਆਲਰੇਡੀ ਹੋ ਚੁੱਕੀ ਸੀ। ਹੁਣ ਨੈਕਸਟ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਬਣਨ ਜਾ ਰਹੇ ਸੀ। ਯੂ ਵਿਲ ਰੀਕਾਲ ਫਰੋਮ ਦ ਡਿਸਕਸ਼ਨ ਇਨ ਦ ਚੈਪਟਰ 3 and the previous section of this chapter that the period was fraught with the grave economic crisis resulting from successive feature of the monsoon widespread droughts। ਤਾਂ ਜਦੋਂ ਇੰਦਰਾ ਗਾਂਧੀ ਬਣੇ ਤਾਂ ਉਸ ਟਾਈਮ ਇਕਨੋਮਿਕ ਕ੍ਰਾਈਸਿਸ ਹੈ ਜਿਹੜਾ ਉਹ ਆਇਆ ਹੋਇਆ ਸੀ ਡਿਊ ਟੂ ਦ ਫੇਲੀਅਰ ਆਫ ਦ ਮੌਨਸੂਨਸ, ਡਰੌਟਸ ਨੇ ਜਿਹੜੇ ਸੋਕਾ ਗਾ ਜਿਹੜਾ ਉਹ ਕ੍ਰੀਏਟ ਹੋ ਰਿਹਾ ਸੀਗਾ, ਜਿਸ ਕਰਕੇ ਇਕਨੋਮਿਕ ਕ੍ਰਾਈਸਿਸ ਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ। Decline in agriculture production, serious food shortage, depletion of the foreign exchanges reserves, ਐਗਰੀਕਲਚਰ ਪ੍ਰੋਡਕਸ਼ਨ ਬਹੁਤ ਜ਼ਿਆਦਾ ਘਟ ਰਹੀ ਸੀ, ਫੂਡ ਦੀ ਸ਼ਾਰਟੇਜ ਹੋ ਰਹੀ ਸੀਗੀ, ਔਰ ਫੋਰਨ ਐਕਸਚੇਂਜ ਰਿਜ਼ਰਵ ਨੇ ਜਿਹੜੇ ਉਹ ਡਿਪਲੀਟ ਹੁੰਦੇ ਜਾ ਰਹੇ ਸੀ। ਡਰੋਪ ਇਨ ਇੰਡਸਟਰੀਅਲ ਪ੍ਰੋਡਕਸ਼ਨ ਐਂਡ ਐਕਸਪੋਰਟਸ ਕੰਬਾਈਨਡ ਵਿਦ ਦ ਸ਼ਾਰਪ ਰਾਈਜ਼ ਇਨ ਦ ਮਿਲਟਰੀ ਐਕਸਪੈਂਡੀਚਰ ਐਂਡ ਡਾਇਵਰਜਨ ਰਿਸੋਰਸਿਸ ਫਰੋਮ ਪਲੈਨਿੰਗ ਐਂਡ ਇਕਨੋਮਿਕ ਡਿਵੈਲਪਮੈਂਟ ਬਿਲਕੁਲ ਡਾਊਨ ਹੁੰਦੀ ਜਾ ਰਹੀ ਸੀ, ਜਿਸ ਦੀ ਪਹਿਲਾਂ ਪਲੈਨਿੰਗ ਕੀਤੀ ਗਈ ਸੀਗੀ ਉਸ ਤੋਂ ਬਹੁਤ ਡਾਊਨ ਸੀ। Due to the economic crisis in several areas, one of the first decision of the Indira Gandhi government was to devaluate the Indian rupee under what was seen to be the pressure from the US। ਪਹਿਲਾਂ ਉਹਨਾਂ ਨੇ ਕਿਹਾ ਕਿ ਡੀਵੈਲੂਏਟ ਕਰਨਾ ਹੈਗਾ ਸਾਡੀ ਜੋ ਇੰਡੀਅਨ ਰੂਪੀ ਹੈਗਾ ਜਿਹੜਾ ਕਿ US ਦੇ ਪ੍ਰੈਸ਼ਰ ਦੇ ਅੰਡਰ ਹੈਗਾ। ਅਰਲੀਅਰ $1 could be purchased for less than ₹5 after devaluation it cost more than the 7। ਤਾਂ ਇੰਦਰਾ ਗਾਂਧੀ ਨੂੰ ਚੇਂਜਸ ਕਰਨੇ ਪਏ ਸੀ ਕਿਉਂਕਿ ਪ੍ਰੈਸ਼ਰ ਸੀਗਾ US ਦੇ ਵੱਲੋਂ ਕਿ ਜਿਹੜੇ $1 ਦੀ ਪਹਿਲਾਂ ₹5 ਤੋਂ ਘੱਟ ਸੀਗੀ ਜਿਸ ਦੀ ਵੈਲਿਊ, ਤਾਂ ਉਸ ਨੂੰ ਡੀਵੈਲੂਏਟ ਕਰਕੇ ₹7 ਰੱਖਤਾ ਸੀਗਾ ਉਸ ਦੀ ਕੋਸਟ। The economic situation triggered of price rise, people starting protesting against the increase in the prices of the essential commodities, food scarcity, growing unemployment and overall economic condition in the country। ਤਾਂ ਲੋਕਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕਰਤੇ ਕਿਉਂਕਿ ਹਰੇਕ ਚੀਜ਼ ਦਾ ਪ੍ਰਾਈਸ ਰਾਈਜ਼ ਹੋ ਰਿਹਾ ਸੀਗਾ, ਹਰੇਕ ਚੀਜ਼ ਦੇ ਰੇਟ ਨੇ ਜਿਹੜੇ ਉਹ ਇਨਕਰੀਜ਼ ਹੋ ਰਹੇ ਸੀਗੇ। ਕੋਮੋਡਿਟੀਜ਼ ਸੀ ਜਿਹੜੀਆਂ ਅਸੈਂਸ਼ੀਅਲ ਉਹ ਬਹੁਤ ਜ਼ਿਆਦਾ ਕੋਸਟਲੀ ਹੋ ਰਹੀਆਂ ਸੀਗੀਆਂ, ਮੇਨ ਜਿਹੜੀਆਂ ਲੋੜਾਂ ਪੂਰੀਆਂ ਕਰਨ ਵਾਲੀ ਚੀਜ਼ਾਂ ਸੀਗੀਆਂ। ਫੂਡ ਦੀ ਸ਼ਾਰਟੇਜ ਹੋ ਰਹੀ ਸੀਗੀ, ਅਨਐਮਪਲੋਇਮੈਂਟ ਹੋ ਰਹੀ ਸੀ, ਇਕਨੋਮਿਕ ਕੰਡੀਸ਼ਨ ਹੈ ਜਿਹੜੀ ਓਵਰਆਲ ਕੰਟਰੀ ਦੀ ਬਿਲਕੁਲ ਡਾਊਨ ਸੀ। ਬਾਨਸ ਐਂਡ ਹੜਤਾਲਸ ਵਰ ਕਾਲਡ ਫਰੀਕੁਐਂਟਲੀ ਅਕਰੋਸ ਦਾ ਕੰਟਰੀ ਦੇ ਵਿੱਚ ਹੜਤਾਲਾਂ ਨੇ ਜਿਹੜੀਆਂ ਬਹੁਤ ਜਲਦੀ ਹੋਣ ਲੱਗੀਆਂ। ਦ ਗਵਰਨਮੈਂਟ ਸੌ ਦਾ ਪ੍ਰੋਟੈਸਟਸ ਐਜ਼ ਅ ਲਾਅ ਐਂਡ ਆਰਡਰ ਪ੍ਰੋਬਲਮ ਐਂਡ ਨਾਟ ਐਜ਼ ਐਕਸਪ੍ਰੈਸ਼ਨ ਆਫ ਦ ਪੀਪਲਸ ਪ੍ਰੋਬਲਮ। ਗਵਰਨਮੈਂਟ ਨੇ ਇਹਨਾਂ ਪ੍ਰੋਟੈਸਟਸ ਦੇ ਖਿਲਾਫ ਲਾਅ ਅਤੇ ਆਰਡਰ ਹੈ ਜਿਹੜਾ ਬਣਾਤਾ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ, ਕਿਹਾ ਕਿ ਲਾਅ ਅਤੇ ਆਰਡਰ ਦੇ ਰਸਤੇ ਵਿੱਚ ਇਹ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ, ਨਾ ਕਿ ਉੱਥੇ ਉਹਨਾਂ ਨੇ ਲੋਕਾਂ ਦੀਆਂ ਪ੍ਰੋਬਲਮਸ ਜਾਂ ਲੋਕਾਂ ਦੇ ਐਕਸਪ੍ਰੈਸ਼ਨਸ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਦਿਸ ਫਰਦਰ ਇਨਕਰੀਜ਼ਡ ਪਬਲਿਕ ਬਿਟਰਨੈਸ ਐਂਡ ਰੀਇਨਫੋਰਸਡ ਪਪੂਲਰ ਅਨਰੈਸਟ। ਤਾਂ ਇਸ ਦੇ ਕਰਕੇ ਲੋਕਾਂ ਦੇ ਵਿੱਚ ਬਿਟਰਨੈਸ ਹੈ ਜਿਹੜੀ ਉਹ ਕ੍ਰੀਏਟ ਹੋ ਗਈ ਸੀ, ਬਹੁਤ ਵੱਧ ਰਹੀ ਸੀਗੀ ਸਰਕਾਰ ਦੇ ਪ੍ਰਤੀ,
ਔਰ ਅਨਰੈਸਟ ਜਿਹੜਾ ਲੋਕ ਉਹ ਹੋ ਰਹੇ ਸੀਗੇ, ਲੋਕਾਂ ਨੂੰ ਫੋਰਸ ਕੀਤਾ ਸੀ ਕਿ ਉਹ ਅਨਰੈਸਟ ਹੋ ਜਾਣ। The communist and socialist parties launched struggles for the greater equality. ਕਮਿਊਨਿਸਟ ਤੇ ਸੋਸ਼ਲਿਸਟ ਪਾਰਟੀਜ਼ ਨੇ ਬਹੁਤ ਜ਼ਿਆਦਾ ਸਟਰਗਲ ਲਾਂਚ ਕਰਤੇ ਇਕੁਐਲਿਟੀ ਨੂੰ ਗੇਨ ਕਰਨ ਦੇ ਲਈ। You will read in the next chapter about how a group of the communists who separated from the Communist Party of India Marxist to form the Communist Party of India Marxist Leninist। ਪਹਿਲਾਂ ਕਮਿਊਨਿਸਟ ਪਾਰਟੀ ਜਿਹੜੀ ਦੋ ਪਾਰਟਸ ਦੇ ਵਿੱਚ ਡਿਵਾਈਡ ਹੋਈ ਸੀ, ਕਮਿਊਨਿਸਟ ਪਾਰਟੀ ਆਫ ਇੰਡੀਆ ਐਂਡ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਜ਼ਮ। ਦੈਨ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਲੈਨਿਨਿਸਟ, ਜੋ ਲੈਨਿਨ ਦੀ ਥਿਊਰੀ ਦੇ ਉੱਪਰ ਬੇਸਡ ਇੱਕ ਲੈਨਿਨਿਸਟ ਵੀ ਬਣ ਗਏ ਸੀਗੇ। ਲੈਡ ਆਰਮਡ ਅਗਰੇਰੀਅਨ ਸਟਰਗਲ ਐਂਡ ਔਰਗਨਾਈਜ਼ਡ ਪੀਜ਼ੈਂਟ ਐਜੀਟੇਸ਼ਨਸ। ਤਾਂ ਫਿਰ ਇਹਨਾਂ ਨੇ ਐਜੀਟੇਸ਼ਨਸ ਨੇ ਜਿਹੜੇ ਉਹ ਅੱਗੇ ਆਰਮਡ ਅਗਰੇਰੀਅਨ ਸਟਰਗਲ ਨੇ ਜਿਹੜੇ ਉਹ ਸ਼ੁਰੂ ਕਰਤੇ ਸੀ ਲੋਕਾਂ ਨੇ ਆਪਣੇ ਹੱਕਾਂ ਨੂੰ ਹਾਸਲ ਕਰਨ ਦੇ ਲਈ, ਇਕਨੋਮਿਕ ਕ੍ਰਾਈਸਿਸ ਨੂੰ ਘੱਟ ਕਰਨ ਦੇ ਲਈ। ਜੋ ਹਰ ਚੀਜ਼ ਦਾ ਰੇਟ ਇਨਕਰੀਜ਼ ਹੋ ਰਿਹਾ ਸੀਗਾ, ਪ੍ਰਾਈਸ ਰਾਈਜ਼ ਹੋ ਰਿਹਾ ਸੀ, ਉਸ ਨੂੰ ਡਿਕਰੀਜ਼ ਕਰਾਉਣ ਦੇ ਲਈ, ਤਾਂ ਕਿ ਹਰੇਕ ਦੀ ਬੇਸਿਕ ਜਿਹੜੀ ਨੈਸੈਸਿਟੀਜ਼ ਨੇਗੀਆਂ ਦੈਟ ਸ਼ੁੱਡ ਬੀ ਫੁਲਫਿਲਡ, ਤਾਂ ਕਿ ਉਹ ਫੁਲਫਿਲ ਹੋਣੀਆਂ ਚਾਹੀਦੀਆਂ ਨੇਗੀਆਂ। This period also witnessed some of the worst Hindu-Muslim riots since independence। ਇਸ ਟਾਈਮ ਬਹੁਤ ਜ਼ਿਆਦਾ ਹਿੰਦੂ ਮੁਸਲਿਮ ਰਾਈਟਸ ਨੇ ਜਿਹੜੇ ਦੰਗੇ ਨੇ ਜਿਹੜੇ ਉਹ ਵੀ ਦੇਖਣ ਦੇ ਵਿੱਚ ਆਏ ਸੀਗੇ ਕਾਫੀ ਜ਼ਿਆਦਾ ਹੱਦ ਤੱਕ, ਕਿਉਂਕਿ ਹਰੇਕ ਪਾਸੇ ਜਿਹੜੇ ਲੋਕ ਨੇ ਭੜਕੇ ਪਏ ਸੀਗੇ। ਤਾਂ ਕਰਕੇ ਥੋੜ੍ਹਾ ਜਿਹਾ ਹਿੰਦੂ ਮੁਸਲਿਮ ਦਾ ਇੱਕ ਪ੍ਰੋਬਲਮ ਸੀ ਜਿਹੜੀ ਉਹ ਵੀ ਕ੍ਰੀਏਟ ਹੋ ਰਹੀ ਸੀ ਡਿਊ ਟੂ ਦਾ ਬਾਬਰੀ ਮਸਜਿਦ। ਉਹਦੇ ਬਾਰੇ ਵੀ ਅਸੀਂ ਸਟੱਡੀ ਕਰਾਂਗੇ।